ਤੇ ਜਦੋਂ ਸਾਰੇ ਐਮਨਾਬਾਦ ਨੂੰ ਬਰਬਾਦ ਕਰਕੇ, ਲੁੱਟ ਪੁੱਟ ਕੇ, ਤਹਿਸ ਨਹਿਸ ਕਰਕੇ ਜਦੋਂ ਬਾਬਰ ਵਾਪਸ ਮੁੜਿਆ ਤੇ ਜਦੋਂ ਸਾਰੇ ਸ਼ਹਿਰ ਵਿੱਚ ਕਤਲੇਆਮ ਤੋਂ ਬਾਅਦ ਸ਼ਾਂਤੀ ਹੋਈ ਤੇ ਭਾਈ ਮਰਦਾਨਾ ਜੀ ਪੁੱਛਣ ਲੱਗੇ, ਕਹਿਣ ਲੱਗੇ, ਸੱਚੇ ਪਾਤਸ਼ਾਹ, ਮੇਰੇ ਮਨ ਵਿੱਚ ਇੱਕ ਸ਼ੰਕਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਮਰਦਾਨਿਆਂ, ਵੀ ਸ਼ੰਕਾ ਨਹੀਂ ਹਿਰਦੇ 'ਚ ਰੱਖਣਾ ਚਾਹੀਦਾ। ਜੇ ਕੋਈ ਸ਼ੰਕਾ ਬਣਦਾ ਉਹਨੂੰ ਨਿਵਰਤ ਕਰ ਲੈਣਾ ਚਾਹੀਦਾ। ਜੇ ਕਿਸੇ ਸਾਧੂ ਮਹਾਂਪੁਰਖ ਨਾਲ ਜੁੜੇ ਆ, ਉਹਦੇ ਕੋਲੋਂ ਸ਼ੰਕੇ ਦੀ ਨਿਵਰਤੀ ਕਰ ਲੈਣੀ ਚਾਹੀਦੀ ਹੈ। ਤੇ ਜੇ ਨਹੀਂ ਤਾਂ ਕਿਸੇ ਸਿਆਣੇ ਪੁਰਸ਼ ਦੇ ਕੋਲ, ਕਿਸੇ ਭਲੇ ਪੁਰਸ਼ ਦੇ ਕੋਲ, ਉੱਤਮ ਪੁਰਸ਼ ਦੇ ਕੋਲ ਜਾ ਕੇ ਆਪਣੇ ਸ਼ੰਕੇ ਦੀ ਜੋ ਹੈ ਨਿਵਰਤੀ ਕਰ ਲੈਣੀ ਚਾਹੀਦੀ ਹੈ। ਹਿਰਦੇ 'ਚ ਸ਼ੰਕਾ ਨਹੀਂ ਰੱਖਣਾ ਚਾਹੀਦਾ। ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੇ ਮਨ ਵਿੱਚ ਸ਼ੰਕਾ ਵੀ ਐਮਨਾਬਾਦ ਸਾਰਾ ਜੋ ਹੈ ਨੇਸਤਨਾਬੂਦ ਕਰ ਦਿੱਤਾ ਬਾਬਰ ਨੇ। ਬਹੁਤ ਲੋਕ ਮਾਰੇ ਗਏ ਤੇ ਮੇਰੀ ਜਿੱਥੋਂ ਤੱਕ ਸਮਝ ਹੈ ਪਾਤਸ਼ਾਹ, ਕੁਝ ਲੋਕ ਇੱਥੇ ਮਾੜੇ ਸਨ ਜਿਨ੍ਹਾਂ ਨੇ ਸੰਤਾਂ ਦੀ ਬੇਅਦਬੀ ਕੀਤੀ ਹੈ, ਜਿਹੜੇ ਸਾਡੇ ਨਾਲ ਗਏ ਸਨ। ਤੇ ਕੁਛ ਲੋਕ ਹੰਕਾਰੀ ਸਨ। ਸਾਰਾ ਸ਼ਹਿਰ ਤਬਾਹ ਹੋ ਗਿਆ। ਹੋਰਨਾਂ ਦੀ ਇਹਦੇ ਵਿੱਚ ਤੇ ਕੋਈ ਗਲਤੀ ਨਹੀਂ ਸੀ। ਉਹਨਾਂ ਨੂੰ ਸਜ਼ਾ ਕਿਉਂ ਮਿਲੀ? ਸਾਰਾ ਐਮਨਾਬਾਦ ਮਾੜਾ ਨਹੀਂ ਸੀ, ਸਾਰੇ ਐਮਨਾਬਾਦ ਨੂੰ ਹੀ ਕਿਉਂ ਸਜ਼ਾ ਮਿਲੀ? ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਸੁਮੱਤ ਬਖਸ਼ੀ ਭਾਈ ਮਰਦਾਨੇ ਨੂੰ। ਮਰਦਾਨਿਆਂ, ਜਿਸ ਸ਼ਹਿਰ ਦੇ ਵਿੱਚ ਕਿਸੇ ਆਏ ਗਈ ਦੀ ਸੇਵਾ ਨਹੀਂ, ਕਿਸੇ ਸਾਧੂ ਦੀ ਸੇਵਾ ਨਹੀਂ, ਕਿਸੇ ਮਹਾਂਪੁਰਖ ਦੀ ਸੇਵਾ ਨਹੀਂ, ਆਗੰਤੁਕ ਦੀ ਸੇਵਾ ਨਹੀਂ, ਉਹਦਾ ਪਾਪ ਸਾਰੇ ਸ਼ਹਿਰ ਨੂੰ ਲੱਗਦਾ ਜਾਂ ਸਾਰੇ ਨਗਰ ਨੂੰ ਲੱਗਦਾ। ਇਸ ਵਾਸਤੇ ਸਾਰੇ ਸ਼ਹਿਰ ਨੂੰ ਇਹ ਸਜ਼ਾ ਮਿਲੀ। ਜਿਸ ਨਗਰ ਦੇ ਵਿੱਚੋਂ ਕੋਈ ਇੱਕ ਮਨੁੱਖ ਜੋ ਹੈ ਵਿਕਾਰੀ ਹੋ ਜਾਂਦਾ ਤੇ ਉਹਦੀ ਸਜ਼ਾ, ਜੇ ਉਹਨੂੰ ਨਗਰ ਨਹੀਂ ਸਮਝਾਉਂਦਾ, ਸੁਮੱਤ ਨਹੀਂ ਦਿੰਦਾ, ਸਿੱਧੇ ਪਾਸੇ ਚੱਲਣ ਦੀ ਉਹਨੂੰ ਪ੍ਰੇਰਣਾ ਨਹੀਂ ਦਿੰਦੇ ਨਗਰ ਵਾਸੀ, ਤਾਂ ਫਿਰ ਉਹ ਸਾਰੇ ਨਗਰ ਨੂੰ ਉਹਦਾ ਜੋ ਹੈ ਪਾਪ ਲੱਗਦਾ। ਭਾਈ ਮਰਦਾਨਾ ਜੀ ਇਹਦੇ ਮਨ ਵਿੱਚ ਨਾ, ਜਦੋਂ ਇਹ ਬਚਨ ਸੁਣੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਇਹਦੇ ਮਨ ਵਿੱਚ ਬਹੁਤ ਮਹੀਨ ਇੱਕ ਸ਼ੰਕਾ ਫਿਰ ਵੀ ਰਹਿ ਗਿਆ। ਇਉਂ ਕਹਿ ਲਈਏ ਵੀ ਤਸੱਲੀ ਨਾ ਹੋਈ ਮਨ ਦੀ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੋਂ ਇਹ ਬੋਲ ਨਾ ਸਕਿਆ ਤੇ ਇਹ ਪਿੱਛੇ ਅੱਗੇ ਹੋ ਕੇ ਬੇਨਤੀ ਕਰਦਾ ਸੀ, ਥੋੜ੍ਹਾ ਪਿੱਛੇ ਹੋ ਕੇ ਬੈਠ ਗਿਆ ਜਿੱਥੇ ਇਹਦੀ ਸੇਵਾ ਸੀ। ਹੋਰ ਜੋ ਹੈ ਜਿਹੜੇ ਸਾਧੂ ਬਾਹਮਣ ਜਾਂ ਭਾਈ ਲਾਲੋ ਜੀ, ਇਹ ਸਾਰੇ ਬੈਠੇ ਨੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨਾਲ ਵਿਚਾਰ ਕਰਨ ਲੱਗ ਪਏ। ਇੱਥੇ ਜ਼ਿਕਰ ਆਉਂਦਾ ਵੀ ਭਾਈ ਮਰਦਾਨਾ ਜੀ ਉੱਥੇ ਆਰਾਮ ਕਰਨ ਲੱਗ ਪਏ। ਹੁਣ ਜਦੋਂ ਆਰਾਮ ਭਾਈ ਮਰਦਾਨਾ ਜੀ ਕਰਨ ਲੱਗ ਪਏ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਾਲੋ ਨੂੰ ਕਿਹਾ ਵੀ ਇਹਦੇ ਪੇਟ ਦੇ ਉੱਤੇ, ਭਾਈ ਮਰਦਾਨੇ ਦੇ ਪੇਟ ਦੇ ਉੱਤੇ ਕੋਈ ਮਿੱਠੀ ਚੀਜ਼ ਰੱਖ ਦਿਓ, ਕੋਈ ਮਿੱਠੀ ਚੀਜ਼ ਰੱਖ ਦਿਓ। ਜਦੋਂ ਉਹਦੇ ਪੇਟ ਦੇ ਉੱਤੇ ਮਿੱਠੀ ਚੀਜ਼ ਰੱਖੀ ਤਾਂ ਉਹ ਹੁਣ ਜਦੋਂ ਮਿੱਠੀ ਹੈ, ਜਦੋਂ ਚੀਜ਼ ਰੱਖੀ, ਕੀੜੀਆਂ ਆ ਗਈਆਂ। ਕੀੜੀਆਂ 1 2 4 ਕਰਕੇ, ਆਪ ਜੀ ਨੂੰ ਪਤਾ ਹੈ ਜਿੱਥੇ ਇਹ ਮਿੱਠਾ ਹੁੰਦਾ ਹੈ, ਕੀੜੀ ਜਿਹੜੀ ਹੈ ਬੜੀ ਤੇਜ਼ੀ ਨਾਲ ਜਾਂਦੀ ਹੈ। ਤੇ ਹੁਣ ਉਹ ਕੀੜੀਆਂ ਮਿੱਠੇ ਨੂੰ ਖਾ ਰਹੀਆਂ ਨੇ। ਖਾਂਦਿਆਂ 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 ਇੱਕ ਕੀੜੀ ਨੇ ਮਰਦਾਨੇ ਦੇ ਪੇਟ ਦੇ ਉੱਤੇ ਦੰਦੀ ਵੜ ਦਿੱਤੀ। ਹੁਣ ਮਰਦਾਨੇ ਦੇ ਪੇਟ ਉੱਤੇ ਜਦੋਂ ਇੱਕ ਕੀੜੀ ਨੇ ਦੰਦੀ ਵੱਢੀ, ਦਰਦ ਹੋਈ, ਔਰ ਮਰਦਾਨੇ ਨੇ ਜਦੋਂ ਹੱਥ ਮਾਰਿਆ
ਤੇ ਉੱਠਿਆ, ਦੇਖਿਆ ਜਿੰਨੀਆਂ ਪੇਟ 'ਤੇ ਉਹ ਕੀੜੀਆਂ ਸਨ ਸਾਰੀਆਂ ਮਰ ਗਈਆਂ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਮਰਦਾਨਿਆ ਆਹ ਕੀ ਕੀਤਾ? ਕਹਿੰਦਾ, ਪਾਤਸ਼ਾਹ ਮੇਰੇ ਪੇਟ ਉੱਤੇ ਕੀੜੀ ਲੜੀ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕੀੜੀ ਤਾਂ ਇੱਕ ਲੜੀ ਸੀ, ਆਹ ਸਾਰੀਆਂ ਹੀ ਕਿਉਂ ਮਾਰ ਦਿੱਤੀਆਂ ਨੇ? ਹੈਰਾਨ ਹੋ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਸ ਵਿਧੀ ਦੇ ਨਾਲ ਮੇਰੇ ਮਨ ਦੀ ਸ਼ੰਕਾ ਨੂੰ ਨਿਵਰਤ ਕੀਤਾ। ਮਰਦਾਨੇ ਦੀ ਸ਼ੰਕਾ ਨਿਵਰਤ ਹੋਈ ਅਤੇ ਇੱਧਰ ਜਿਹੜੇ ਉਹ ਅਹਿਮਨਾਬਾਦ ਵਾਲੇ ਬਾਹਮਣ ਸਨ ਜਾਂ ਸੰਤ ਸਨ, ਇਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਹੁਣ ਤੁਸੀਂ ਆਪਣੇ ਨਗਰ ਵਿੱਚ ਜਾ ਕੇ ਰਹਿ ਸਕਦੇ ਹੋ। ਭਾਈ ਲਾਲੋ ਨੂੰ ਵੀ ਹੁਕਮ ਕੀਤਾ ਕਿ ਤੂੰ ਵੀ ਆਪਣੇ ਘਰ ਜਾ ਕੇ ਆਰਾਮ ਕਰ ਸਕਦਾ। ਹੁਣ ਸਭ ਕੁਝ ਸ਼ਾਂਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕੇ ਇਹ ਬਾਹਮਣ ਵੀ ਆਪਣੇ ਸ਼ਹਿਰ ਅਹਿਮਨਾਬਾਦ ਪਹੁੰਚੇ ਨੇ ਅਤੇ ਭਾਈ ਲਾਲੋ ਜੀ ਵੀ ਪਹੁੰਚੇ ਨੇ। ਔਰ ਜਦੋਂ ਇਹਨਾਂ ਬਾਹਮਣਾਂ ਨੇ ਜਾ ਕੇ ਬਹੁਤ ਭਿਆਨਕ ਦ੍ਰਿਸ਼ ਦੇਖਿਆ, ਧਰਤੀ ਲਾਲ ਹੋਈ ਪਈ ਹੈ, ਬਹੁਤ ਲੋਕ ਮਰੇ ਪਏ ਨੇ, ਔਰ ਜਿਹੜੇ ਰਹਿ ਗਏ ਉਹ ਆਪਣੇ ਰਿਸ਼ਤੇਦਾਰ ਜਾਂ ਪਰਿਵਾਰ ਦੇ ਵਿੱਚੋਂ ਜਿਹੜੇ ਲੋਕ ਮਰੇ ਸਨ ਉਹਨਾਂ ਦੇ ਵਿਯੋਗ ਵਿੱਚ ਰੋ ਰਹੇ ਨੇ, ਕੁਰਲਾ ਰਹੇ ਨੇ। ਇਹਨਾਂ ਦੇ ਕੋਲੋਂ ਉਹ ਦ੍ਰਿਸ਼ ਦੇਖਿਆ ਨਾ ਗਿਆ। ਇਹ ਫਿਰ ਆਏ, ਕਹਿਣ ਲੱਗੇ, ਸੱਚੇ ਪਾਤਸ਼ਾਹ ਦ੍ਰਿਸ਼ ਦੇਖਿਆ ਨਹੀਂ ਜਾਂਦਾ, ਬੜੇ ਲੋਕ ਦੁਖੀ ਨੇ, ਰੋ ਰਹੇ ਨੇ, ਕੁਰਲਾ ਰਹੇ ਨੇ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਚਲੋ ਕੋਈ ਨਹੀਂ, ਕਿਰਪਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਹੋਈ। ਕਹਿਣ ਲੱਗੇ, ਪਰਮੇਸ਼ਰ ਵਾਹਿਗੁਰੂ ਨਿਰੰਕਾਰ ਆਪੇ ਕਿਰਪਾ ਕਰਨਗੇ, ਕੋਈ ਗੱਲ ਨਹੀਂ, ਭਲੇ ਕਰਮ ਕਰੋ। ਇਹਨਾਂ ਨੇ ਦੰਡਵਤ ਪ੍ਰਣਾਮ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਫਿਰ ਚੱਲੇ ਨੇ ਆਪਣੇ ਸ਼ਹਿਰ। ਉੱਥੇ ਜਾ ਕੇ ਕਈਆਂ ਨੇ ਪੁੱਛਿਆ ਵੀ ਤੁਸੀਂ ਕਿੱਥੇ ਸੀ, ਤੁਸੀਂ ਕਿਵੇਂ ਬਚ ਗਏ? ਉਹਨਾਂ ਸਾਰੀ ਜਦੋਂ ਵਾਰਤਾ ਦੱਸੀ ਤੇ ਸ਼ਹਿਰ ਦੇ ਬਹੁਤ ਸਾਰੇ ਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆਏ, ਮੱਥੇ ਟੇਕੇ, ਹੱਥ ਜੋੜੇ ਤੇ ਬਰਾਗ ਦੇ ਵਿੱਚ ਹੰਝੂ ਵਹਿ ਰਹੇ ਨੇ। ਸਾਡੇ ਬੜੇ ਨੇੜੇ ਦੇ ਜਿਹੜੇ ਸਾਰੇ ਰਿਸ਼ਤੇਦਾਰ ਸਨ, ਪਰਿਵਾਰ ਦੇ ਲੋਕ ਸਨ, ਮਾਰੇ ਗਏ ਬਾਬਰ ਦੇ ਹਮਲੇ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਵੀ ਜਿਹੜੇ ਮੁਸਲਮਾਨ ਨੇ ਉਹ ਖੁਦਾ ਦੀ ਇਬਾਦਤ ਕਰਿਆ ਕਰੋ, ਸੱਚ ਦੇ ਮਾਰਗ 'ਤੇ ਚੱਲਿਆ ਕਰੋ। ਜਿਹੜੇ ਹਿੰਦੂ ਨੇ ਉਹ ਵੀ ਸੰਤ ਸੇਵੀ ਹੋਣ ਅਤੇ ਭਗਵਾਨ ਦੀ ਪੂਜਾ ਕਰਿਆ ਕਰੋ। ਪਰਉਪਕਾਰ ਦੇ ਵਾਸਤੇ ਆਪਣੀ ਕਿਰਤ ਦੇ ਵਿੱਚੋਂ ਧਨ ਜਿਹੜਾ ਹੈ ਉਹ ਚੰਗੇ ਪਾਸੇ ਲਾਇਆ ਕਰੋ, ਪਰਉਪਕਾਰ ਦੇ ਵਿੱਚ ਲਾਇਆ ਕਰੋ। ਸੁਮੱਤ ਦਿੱਤੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਇੱਥੇ 3-4 ਦਿਨ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਟਿਕੇ। ਇੱਥੋਂ ਚੱਲ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਬਾਲੇ ਨੂੰ ਕਹਿਣ ਲੱਗੇ, ਚੱਲ ਬਾਲਿਆ, ਆਪਾਂ ਸਹੁਰੇ ਨਗਰ ਨੂੰ ਚੱਲਣਾ ਹੈ, ਜਿਵੇਂ ਆਪ ਜੀ ਦੀ ਰਜਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਇੱਥੋਂ ਚੱਲ ਪਏ। ਸਾਰੇ ਐਮਨਾਬਾਦ ਨੂੰ ਉਸ ਵਾਹਿਗੁਰੂ ਨਿਰੰਕਾਰ ਦੇ ਚਰਨਾਂ ਨਾਲ ਜੋੜ ਕੇ ਇੱਥੋਂ ਫਿਰ ਚੱਲ ਪਏ ਗੁਰੂ ਨਾਨਕ ਦੇਵ ਮਹਾਰਾਜ। ਚੱਲਦਿਆਂ ਬਟਾਲੇ ਨਗਰ ਪਹੁੰਚੇ ਨੇ। ਸਹੁਰਾ ਨਗਰ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਬਟਾਲੇ ਨਗਰ ਜਦੋਂ ਵੀ ਗੁਰੂ ਨਾਨਕ ਦੇਵ ਮਹਾਰਾਜ ਆਏ ਨਾ, ਤਕਰੀਬਨ ਹਰ ਵਾਰ ਅਜਿੱਤੇ ਦੇ ਖੂਹ ਦੇ ਉੱਤੇ ਬੈਠੇ ਨੇ ਮੇਰੇ ਪਾਤਸ਼ਾਹ। ਹੁਣ ਅਜਿੱਤਾ ਕੌਣ ਸੀ? ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਤਿਕਾਰਯੋਗ ਮਹਿਤਾ ਕਾਲੂ ਜੀ, ਮੈਨੂੰ ਕਿਸੇ ਗੁਰਮੁਖ ਪਿਆਰੇ ਨੇ ਕਮੈਂਟ ਵੀ ਕੀਤਾ ਸੀ, ਕਹਿਣ ਲੱਗੇ ਕਲਿਆਣ ਦਾਸ ਕਿਹਾ ਕਰੋ। ਕਲਿਆਣ ਦਾਸ ਜਿਹੜਾ ਹੈ, ਕਲਿਆਣ ਦਾਸ ਕਰਕੇ ਵੀ ਮਹਿਤਾ ਜੀ ਦਾ ਜੋ ਹੈ ਨਾਂ ਆਉਂਦਾ ਅਤੇ ਕਾਲੂ ਚੰਦ ਕਰਕੇ ਵੀ ਨਾਂ ਆਉਂਦਾ। ਦੋਨੇ ਹੀ ਮੈਂ ਨਾਂ ਜਿੱਥੋਂ ਤੱਕ ਪੜ੍ਹੇ ਨੇ। ਖੈਰ, ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਪਹੁੰਚੇ ਅਜਿੱਤੇ ਰੰਧਾਵੇ ਦੇ ਖੂਹ 'ਤੇ, ਜਿਵੇਂ ਕਾਲੂ ਜੀ ਪਟਵਾਰੀ ਸਨ ਨਾ, ਅਤੇ ਇਸੇ ਤਰ੍ਹਾਂ
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਹੁਰਾ ਜੀ, ਉਹ ਵੀ ਪਟਵਾਰੀ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਰਾਏ ਬੁਲਾਰ ਦੇ ਪਟਵਾਰੀ ਸਨ ਅਤੇ ਮੂਲ ਚੰਦ ਜੀ ਇਹ ਅਜਿੱਤੇ ਦੇ ਪਟਵਾਰੀ ਸਨ। ਅਜਿੱਤਾ ਚੌਧਰੀ ਸੀ ਇੱਥੋਂ ਦਾ। ਅਤੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਭੌਰਾ ਰਾਏ ਬੁਲਾਰ ਸੀ, ਬੜਾ ਸਤਿਕਾਰ ਕਰਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਇਸੇ ਤਰ੍ਹਾਂ ਅਜਿੱਤਾ ਰੰਧਾਵਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬੜਾ ਸਤਿਕਾਰ, ਦਿਲੋਂ ਸਤਿਕਾਰ ਕਰਦਾ ਸੀ। ਅਤੇ ਗੁਰੂ ਨਾਨਕ ਦੇਵ ਮਹਾਰਾਜ ਇਸ ਵਾਸਤੇ ਉਹਦੇ ਪਿਆਰ ਦੇ ਬੰਧਨ ਵਿੱਚ ਬੱਝੇ ਹੋਏ ਉਹਦੇ ਖੂਹ 'ਤੇ ਹਮੇਸ਼ਾ ਆਉਂਦੇ ਔਰ ਬੜੀ ਸੇਵਾ ਕਰਦਾ ਅਜਿੱਤਾ ਰੰਧਾਵਾ। ਅਤੇ ਚਲਦਿਆਂ ਗੁਰੂ ਨਾਨਕ ਦੇਵ ਮਹਾਰਾਜ ਉਹਦੇ ਖੂਹ 'ਤੇ ਫਿਰ ਪਹੁੰਚ ਗਏ। ਹੁਣ ਕਿਸੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਹੁਰੇ ਘਰ ਜਾ ਕੇ ਦੱਸ ਦਿੱਤਾ ਵੀ ਤੁਹਾਡਾ ਜਵਾਈ ਅਜਿੱਤੇ ਦੇ ਖੂਹ ਦੇ ਉੱਤੇ ਬੈਠਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਹੁਰਾ ਸਾਹਿਬ ਮੂਲ ਚੰਦ ਜੀ ਉਹ ਆਏ, ਆ ਕੇ ਜਦੋਂ ਦੇਖਿਆ ਵੀ ਉਹੀ ਪਹਿਰਾਵਾ ਸਾਧੂਆਂ ਵਾਲਾ, ਫਕੀਰਾਂ ਵਾਲਾ, ਅਤੇ ਇਹਦੇ ਮਨ ਦੇ ਵਿੱਚ ਬੜਾ ਕ੍ਰੋਧ ਆਇਆ ਔਰ ਬੜੇ ਕੌੜੇ ਬਚਨ ਵੀ ਬੋਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਸਹੁਰਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇੜੇ ਆਏ ਤਾਂ ਉਹਨਾਂ ਨੂੰ ਚਰਨ ਬੰਦਨਾ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਪਰ ਮੂਲ ਚੰਦ ਜੀ ਦੇ ਹਿਰਦੇ 'ਚ ਕ੍ਰੋਧ ਸੀ, ਉਹਨੇ ਬੜੇ ਕੌੜੇ ਫਿੱਕੇ ਬਚਨ ਬੋਲੇ ਔਰ ਬੋਲ ਰਹੇ ਸਨ। ਕਿਸੇ ਨੇ ਜਾ ਕੇ ਅਜਿੱਤੇ ਨੂੰ ਦੱਸ ਦਿੱਤਾ। ਹੁਣ ਅਜਿੱਤੇ ਨੂੰ ਪਤਾ ਲੱਗਾ ਮੇਰੇ ਖੂਹ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਨੇ ਔਰ ਉਹਨਾਂ ਦੇ ਸਹੁਰਾ ਸਾਹਿਬ ਮੇਰਾ ਪਟਵਾਰੀ ਬੜੇ ਕੌੜੇ ਬਚਨ ਬੋਲਦਾ ਹੈ। ਇਹ ਵੀ ਬੜੀ ਤੇਜ਼ੀ ਦੇ ਨਾਲ ਚੱਲਿਆ, ਆਇਆ, ਆ ਕੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੰਡਵਤ ਪ੍ਰਣਾਮ ਕੀਤੇ। ਉਸ ਤੋਂ ਬਾਅਦ ਅਜਿੱਤੇ ਨੇ ਮੂਲ ਚੰਦ ਨੂੰ ਰੋਕਿਆ, ਤੂੰ ਇਹਨੂੰ ਆਪਣਾ ਜਵਾਈ ਨਾ ਮੰਨ, ਠੀਕ ਹੈ ਰਿਸ਼ਤੇ ਵਿੱਚ ਤੇਰਾ ਜਵਾਈ ਹੈ, ਪਰ ਇਹ ਤਾਂ ਆਪ ਖੁਦਾ ਹੈ, ਇਹਨੂੰ ਕੌੜੇ ਲਫ਼ਜ਼ ਨਾ ਬੋਲ, ਇਹਦੇ ਕੋਲੋਂ ਖੁਸ਼ੀਆਂ ਦੀਆਂ ਝੋਲੀਆਂ ਕੁੱਲ ਦੁਨੀਆ ਨੇ ਭਰੀਆਂ ਨੇ ਅਤੇ ਤੂੰ ਵੀ ਇਹਦੇ ਕੋਲੋਂ ਖੁਸ਼ੀਆਂ ਪ੍ਰਾਪਤ ਕਰਕੇ ਇਹਦੇ ਕ੍ਰੋਧ ਦਾ ਪਾਤਰ ਨਾ ਬਣ ਬੈਠੀ। ਪਰ ਇਹ ਸਮਝਿਆ ਨਾ। ਫਿਰ ਵੀ ਅਜਿੱਤੇ ਨੇ ਇਸ ਨੂੰ ਸਮਝਾ ਕੇ ਘਰ ਨੂੰ ਤੋਰ ਦਿੱਤਾ। ਹੁਣ ਮਾਤਾ ਚੰਦੋ ਰਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੱਸ ਮਾਤਾ ਉਹ ਵੀ ਆਈ ਅਤੇ ਉਸਨੇ ਵੀ ਬੜਾ ਕੁਝ ਜੋ ਹੈ ਰਿਸ਼ਤੇਦਾਰਾਂ ਦਾ ਸਰੀਕੇ ਦੇ ਹਵਾਲੇ ਦੇ ਕੇ ਸਾਨੂੰ ਸਰੀਕਾ ਇਸ ਤਰ੍ਹਾਂ ਕਹਿੰਦਾ, ਸਾਨੂੰ ਸਰੀਕਾ ਇਸ ਤਰ੍ਹਾਂ ਕਹਿੰਦਾ ਵੀ ਤੁਹਾਡਾ ਜਵਾਈ ਫਕੀਰ ਹੋ ਗਿਆ, ਇਹਦੇ ਬੱਚੇ ਤੁਹਾਨੂੰ ਪਾਲਣੇ ਪੈ ਰਹੇ ਨੇ, ਤੁਸੀਂ ਆਪਣੀ ਧੀ ਵਿਆਹ ਕੇ ਫਿਰ ਆਪਣੇ ਘਰ ਦੇ ਵਿੱਚ ਬਿਠਾਈ ਹੋਈ ਹੈ, ਤੁਹਾਡਾ ਜਵਾਈ ਫਕੀਰ ਹੋਇਆ ਫਿਰਦਾ। ਤੋ ਇਸ ਤਰ੍ਹਾਂ ਲੋਕ ਸਾਨੂੰ ਦੁਖੀ ਕਰਦੇ ਨੇ ਅਤੇ ਅਸੀਂ ਤੈਨੂੰ ਕਹਿਣਾ। ਤੋ ਮਾਤਾ ਚੰਦੋ ਰਾਣੀ ਵੀ ਕ੍ਰੋਧ ਦੇ ਵਿੱਚ। ਔਰ ਫਿਰ ਇੱਥੇ ਅਜਿੱਤੇ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਤੁਹਾਡੀ ਪੁੱਤਰੀ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਧਰਮ ਪਤਨੀ ਮੇਰੀ ਭੈਣਾਂ ਵਰਗੀ ਹੈ, ਅਤੇ ਜੇ ਤੁਹਾਡੇ ਕੋਲੋਂ ਇਹ ਬੱਚੇ ਨਹੀਂ ਪਲਦੇ, ਤੁਹਾਨੂੰ ਦੁੱਖ ਹੁੰਦਾ, ਤੁਸੀਂ ਇਹ ਗੱਲ ਕਹੀ ਹੈ ਵੀ ਤੇਰੇ ਪਰਿਵਾਰ ਸਾਨੂੰ ਪਾਲਣਾ ਪੈਂਦਾ, ਅਤੇ ਫਿਰ ਫਿਕਰ ਨਾ ਕਰੋ, ਇਸ ਪਰਿਵਾਰ ਨੂੰ ਮੈਂ ਪਾਲਦਾ ਆਪਣੀ ਭੈਣ ਸਮਝ ਕੇ। ਹੁਣ ਮਾਤਾ ਚੰਦੋ ਰਾਣੀ ਕਹਿਣ ਲੱਗੀ ਲੋਕ ਕੀ ਕਹਿਣਗੇ, ਸ਼ਰੀਕਾ ਕੀ ਕਹੇਗਾ ਵੀ ਇੱਕ ਪ੍ਰਸ਼ਾਦੇ ਦੇ ਹੱਥੋਂ ਆਪਣੀ ਧੀ ਨੂੰ ਕਿਸੇ ਦੇ ਘਰ ਬਿਠਾਇਆ ਹੋਇਆ, ਕਿਸੇ ਦੇ ਘਰੋਂ ਪ੍ਰਸ਼ਾਦਾ ਛਕਦੀ ਹੈ। ਅਤੇ ਇੱਥੇ ਕਹਿਣ ਲੱਗਾ ਅਜਿੱਤਾ ਰੰਧਾਵਾ, ਅਤੇ ਜੇ ਇਹ ਨਹੀਂ ਸਹਾਰ ਸਕਦੇ ਫਿਰ ਆਪਣੀ ਜ਼ਬਾਨ ਨੂੰ ਨਾ ਇੱਥੇ ਰੋਕ ਦਿਓ, ਗੁਰੂ ਨਾਨਕ ਨੂੰ ਮਾੜਾ ਤੁਹਾਡੀ ਜ਼ਬਾਨ ਤੋਂ ਬੋਲਿਆ ਚੰਗਾ ਨਹੀਂ ਲੱਗਦਾ।